देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। एक होर ऑफर आ गया कल ਅੱਜ ਵੀ ਬੈਠਕਾਂ ਚੱਲ ਰਹੀਆਂ ਨੇ ਸੁਪਰੀਮ ਕੋਰਟ ਦੀ ਕਮੇਟੀ ਹੋਲਾ ਕਿਸਾਨਾਂ ਨਾਲ ਬੈਠਕ ਕਰ ਰਹੀ ਹੈ ਕੀ ਲੱਗਦਾ ਆਫਰ ਤੇ ਆਫਰ ਆ ਰਹੇ ਨੇ ਬਾਰ-ਬਾਰ ਸਰਕਾਰ ਨੇ ਗਲਤ ਥਾਂ ਪੰਗਾ ਲੈ ਲਿਆ ਕਿਸਾਨਾਂ ਨਾਲ ਪੰਗਾ ਲੈ ਲਿਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਆਪਣੀ ਇਸ ਤੋਂ ਜਾਨ ਬਚਾਉਣ ਝੂਠੀ ਸ਼ਾਨ ਹੈ ਬਸ ਸਰਕਾਰ ਨੂੰ ਪੁੱਛਿਆ ਸੀ ਵੀ ਤੁਸੀਂ ਰੋਕ ਸਕਦੇ ਹੋ ਉਦੋਂ ਸਰਕਾਰ ਨੇ ਕਿਹਾ ਨਹੀਂ ਰੋਕ ਸਕਦੇ ਅੱਜ ਸਰਕਾਰ ਕਹਿੰਦੀ ਅਸੀਂ 1.5 ਸਾਲ ਵਾਸਤੇ ਰੋਕ ਦਿੰਦੇ ਹਾਂ ਕਿਹੜੀ ਸਰਕਾਰ ਨੂੰ ਮੰਨੀ ਅੱਜ ਤੋਂ 15 ਦਿਨ ਪਹਿਲਾਂ ਵਾਲੀ ਸਰਕਾਰ ਨੂੰ ਮੰਨੀ ਹੈ ਅੱਜ ਵਾਲੀ ਸਰਕਾਰ ਨੂੰ ਮੰਨੀ ਝੂਠ ਤੇ ਝੂਠ ਤਰੀਖ ਤੇ ਤਰੀਖ ਲਈ ਜਾਂਦੀ ਹੈ ਸਰਕਾਰ ਕਿਸਾਨ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨਾਲ ਬੈਠਕਾਂ ਲਗਾਤਾਰ ਚੱਲ ਰਹੀਆਂ ਨੇ ਕਿਸਾਨ ਆਪਣੀਆਂ ਬੈਠਕਾਂ ਕਰ ਰਹੇ ਨੇ ਪਰ ਕੀ ਲੱਗਦਾ ਹੈ ਕਿ ਇਹਦੇ ਵਿੱਚ ਕੀ ਕੁਝ ਨਿਕਲ ਕੇ ਆਏਗਾ ਸਾਰੀ ਚੀਜ਼ਾਂ ਗੱਲਬਾਤ ਕਰਾਂਗੇ ਮੇਰੇ ਨਾਲ ਸੁਨੀਲ ਜਾਖੜ ਮੌਜੂਦ ਨੇ ਜਾਖੜ ਸਾਹਿਬ ਇੱਕ ਹੋਰ ਆਫਰ ਆ ਗਿਆ ਕੱਲ ਅੱਜ ਵੀ ਬੈਠਕਾਂ ਚੱਲ ਰਹੀਆਂ ਨੇ ਸੁਪਰੀਮ ਕੋਰਟ ਦੀ ਕਮੇਟੀ ਹੋਲਾ ਕਿਸਾਨਾਂ ਨਾਲ ਬੈਠਕ ਕਰ ਰਹੀ ਹੈ ਕੀ ਲੱਗਦਾ ਆਫਰ ਤੇ ਆਫਰ ਆ ਰਹੇ ਨੇ ਬਾਰ-ਬਾਰ ਸਰਕਾਰ ਨੇ ਗਲਤ ਥਾਂ ਪੰਗਾ ਲੈ ਲਿਆ ਕਿਸਾਨਾਂ ਨਾਲ ਪੰਗਾ ਲੈ ਲਿਆ ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਆਪਣੀ ਇਸ ਤੋਂ ਜਾਨ ਬਚਾਉਣ ਝੂਠੀ ਸ਼ਾਨ ਹੈ ਬਸ ਹੋਰ ਕੁਝ ਨਹੀਂ ਅਹੰਕਾਰ ਹੈ ਅਹੰਕਾਰ ਦੇ ਘੋੜੇ ਤੋਂ ਉੱਤਰ ਜੇ ਕਿਸਾਨ ਤਾਂ ਤਿਆਰ ਬੈਠਾ ਕਿਸਾਨ ਤਾਂ ਆਪਣੀ ਜਾ ਕੇ ਫਸਲ ਸਾਹਮਣੇ ਖੇਤ ਸਾਹਮਣੇ ਆਹ ਜਿਹੜੀ ਤਲਵਾਰ ਲਟਕਾਈ ਹੈ ਇਹਨਾਂ ਨੇ ਸ਼ਾਹੂਕਾਰਾਂ ਵਾਲੀ ਵੀ ਸ਼ਾਹੂਕਾਰ ਹੀ ਕਰਨਗੇ ਤੇ ਕਿਸਾਨ ਨੂੰ ਮਜ਼ਦੂਰ ਬਣਾਉਣ ਵਾਲੇ ਕਾਲੇ ਕਾਨੂੰਨ ਨੂੰ ਵਾਪਸ ਲੈ ਲੈਣ ਸਵੇਰੇ ਨਿਬੜ ਜੂਗਾ ਨਹੀਂ ਤਾਂ ਕੋਝਾ ਮਜ਼ਾਕ ਕਰੀ ਜਾਂਦੀ ਹੈ ਸਰਕਾਰ ਕੋਈ ਨਾ ਕੋਈ ਅਜੀ ਕਿਹੜੀ ਨਵੀਂ ਆਫਰ ਤਾਂ ਕੋਈ ਹੈ ਹੀ ਨਹੀਂ ਆਫਰ ਤਾਂ ਪੁਰਾਣੀ ਹੈ ਅੱਜ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਅਸੀਂ ਰੋਕ ਦਿੰਦੇ ਹਾਂ ਇਹਨਾਂ ਕਾਨੂੰਨਾਂ ਨੂੰ ਸਰਕਾਰ ਨੂੰ ਪੁੱਛਿਆ ਸੀ ਵੀ ਤੁਸੀਂ ਰੋਕ ਸਕਦੇ ਹੋ ਉਦੋਂ ਸਰਕਾਰ ਨੇ ਕਿਹਾ ਨਹੀਂ ਰੋਕ ਸਕਦੇ ਅੱਜ ਸਰਕਾਰ ਕਹਿੰਦੀ ਅਸੀਂ 1.5 ਸਾਲ ਵਾਸਤੇ ਰੋਕ ਦਿੰਦੇ ਹਾਂ ਕਿਹੜੀ ਸਰਕਾਰ ਨੂੰ ਮੰਨੀ ਅੱਜ ਤੋਂ 15 ਦਿਨ ਪਹਿਲਾਂ ਵਾਲੀ ਸਰਕਾਰ ਨੂੰ ਮੰਨੀ ਹੈ ਅੱਜ ਵਾਲੀ ਸਰਕਾਰ ਨੂੰ ਮੰਨੀ ਹੈ ਨਿਰਾ ਝੂਠ ਤੇ ਝੂਠ ਤਰੀਖ ਤੇ ਤਰੀਖ ਲਈ ਜਾਂਦੀ ਹੈ ਸਰਕਾਰ ਕਿਸਾਨ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਸਿੱਧਾ ਸਵਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਹੈ ਵੀ ਆਹ 1.5 ਸਾਲ ਵਾਲਾ ਜਿਹੜੀ ਲਿਮਿਟ ਰੱਖੀ ਹੈ ਕਿਹੜੇ ਫਾਰਮੂਲੇ ਨਾਲ ਕਿਵੇਂ ਕੱਢੀ ਹੈ ਕਿਉਂ ਨਹੀਂ 3 ਮਹੀਨੇ ਕਿਉਂ ਨਹੀਂ 2 ਹਫ਼ਤੇ ਕਿਉਂ ਨਹੀਂ 3 ਸਾਲ ਕਿਉਂ ਕੱਢੀ ਹੈ 1.5 ਸਾਲ ਦੀ ਕਿਉਂ ਮੇਰੀ ਜਿੱਥੇ ਤੱਕ ਸਮਝ ਹੈ ਅਗਲੇ ਸਾਲ ਜਨਵਰੀ 2022 'ਚ ਇਲੈਕਸ਼ਨ ਹੋਣੇ ਹੈ ਪੰਜਾਬ ਦੀ ਅਸੈਂਬਲੀ ਦੇ ਉਹਦੇ ਵਿੱਚ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਵਰਕਰ ਹੈ ਉਹਨਾਂ ਨੂੰ ਲੋਕ ਪਿੰਡਾਂ 'ਚ ਵੜ ਲੈਣ ਦੇਣ ਸ਼ਹਿਰਾਂ 'ਚ ਵੜ ਲੈਣ ਦੇਣ ਇਸ ਵਾਸਤੇ ਰਾਹ ਪੱਧਰਾ ਕਰਨ ਵਾਸਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆਹ ਕੀਤਾ ਗਿਆ ਕਿਉਂਕਿ ਅੱਜ ਦੇ ਦਿਨ ਉਹਨਾਂ ਦਾ ਕੋਈ ਉੱਥੇ ਐਂਟਰੀ ਬੈਨ ਹੈ ਅੱਜ ਚਾਹੇ CSF ਲਾ ਦੇਵੇ ਉਹਨਾਂ ਨਾਲ ਲੀਡਰਾਂ ਨਾਲ ਤੇ ਲੋਕਾਂ ਨੇ ਨਹੀਂ ਮੂੰਹ ਲਾਣਾ ਇਹਨਾਂ ਨੂੰ ਇਸ ਕਰਕੇ ਆਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਘਟੀਆ ਰਾਜਨੀਤੀ ਹੈ ਇਹਨਾਂ ਦਾ ਕੋਈ ਮਕਸਦ ਨਹੀਂ ਕਿਸਾਨਾਂ ਪ੍ਰਤੀ ਕੋਈ ਚਿੰਤਾ ਨਹੀਂ ਮੋਦੀ ਸਾਹਿਬ ਨੂੰ ਉਹ ਰੋਲ ਨੂੰ ਤਿਆਰ ਬੈਠੇ ਹੈ ਮੇਰੀ ਉਮੀਦ ਹੈ ਵੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਬੜਾ ਸੋਚ ਸਮਝ ਕੇ ਫੈਸਲਾ ਲੈਣਗੇ ਇਸ ਮਸਲੇ 'ਤੇ ਕਿਉਂਕਿ ਅਗਰ ਸਰਕਾਰ ਗੰਭੀਰ ਹੁੰਦੀ ਤਾਂ ਮੋਦੀ ਸਾਹਿਬ 1.5 ਸਾਲ ਦੀ ਬਜਾਏ ਕਹਿ ਦਿੰਦੇ ਵੀ ਲੋ ਵੀ 2024 'ਚ ਪਾਰਲੀਮੈਂਟ ਦੀ ਨਵੀਂ ਇਲੈਕਸ਼ਨਾਂ ਹੋਣਗੀਆਂ ਉਦੋਂ ਤਾਂ ਹੀ ਨਹੀਂ ਮੈਂ ਕਾਨੂੰਨ ਲਾਗੂ ਕਰਦੇ ਪਰ ਉਸ ਇਲੈਕਸ਼ਨ ਦੇ ਅੰਦਰ BJP ਇਸ ਏਜੰਡੇ ਨੂੰ ਲੈ ਕੇ ਲੋਕਾਂ 'ਚ ਜਾਊਗੀ ਇਹਦੇ 'ਤੇ ਵੋਟਾਂ ਪੈਣਗੀਆਂ ਰੈਫਰੈਂਡਮ ਸਮਝ ਲਓ ਇਹਨੂੰ ਵੀ ਇਹਦੇ ਮੁੱਦੇ ਉੱਤੇ ਰੈਫਰੈਂਡਮ ਦਾ ਨਾਮ ਹੀ ਮਾੜਾ ਬਦਨਾਮ ਕਰਤਾ ਕਸ਼ਮੀਰ ਨੂੰ ਲੈ ਕੇ ਤੇ ਉਹ ਖਾਲਿਸਤਾਨੀਆਂ ਨੇ ਅਦਰਵਾਈਜ਼ ਮੇਨ ਮੁੱਦਾ ਨੂੰ ਰੈਫਰੈਂਡਮ ਕਹਿੰਦੇ ਵੀ ਇਸ ਮੁੱਦੇ 'ਤੇ ਵੋਟਾਂ ਮੰਗਣ ਚੱਲੇ ਅਸੀਂ ਸ਼ਾਹੂਕਾਰਾਂ ਤੋਂ ਖੇਤੀ ਕਰਾਉਣੀ ਹੈ ਆਹ ਜਿਹੜੇ ਅਨਪੜ੍ਹ ਕਿਸਾਨ ਬੈਠੇ ਇਹਨਾਂ ਤੋਂ ਕਿਸਾਨੀ ਨਹੀਂ ਆਉਂਦੀ ਇਹ ਤਾਂ ਮਜ਼ਦੂਰ ਬਣ ਸਕਦੇ ਆ ਵੋਟਾਂ ਮੰਗ ਲੈਣ ਨਵੀਂ ਸਰਕਾਰ ਬਣ ਜੇ ਉਦੋਂ ਤਾਂ ਮੋਦੀ ਸਾਹਿਬ ਦੀ ਨਈ ਪਾਰਲੀਮੈਂਟ ਹੀ ਬਣ ਜੂਗੀ ਉਹਦੇ 'ਚ ਨਵੇਂ ਸਿਰੇ ਤੋਂ ਕਾਨੂੰਨ ਲੈ ਆਉਣ ਉਹਦੇ 'ਚ ਪਵਾ ਲੈਣ ਇਸ ਤਰ੍ਹਾਂ ਦਾ ਕਾਨੂੰਨ ਅੱਜ ਮਾਨਤਾ ਕਿਸਾਨਾਂ ਨੂੰ ਤਾਂ ਹੈ ਨਹੀਂ ਕਿਸਾਨਾਂ ਨਾਲ ਕੁਝ ਮਜ਼ਾਕ ਹੈ ਪਰ ਜਦੋਂ ਵੀ BJP ਲੀਡਰ ਨਾਲ ਗੱਲ ਕਰਦੇ ਉਹ ਇੱਕੋ ਗੱਲ ਕਹਿੰਦੇ ਕਿ ਕਿਸਾਨ ਤਾਂ ਮੰਨੇ ਹੋਏ ਨੇ ਇਹ ਕਾਂਗਰਸ ਤੇ ਅਕਾਲੀ ਬਾਕੀ ਭੜਕਾ ਰਹੇ ਨੇ ਤੀਲੀਆਂ ਲਾ ਰਹੇ ਨੇ ਉਹਨਾਂ ਨੂੰ ਉਕਸਾਇਆ ਜਾ ਰਿਹਾ ਹੈ ਦੇਖੋ ਮੈਂ ਕਹਿ ਰਿਹਾ ਵੀ ਆਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰਨਾ ਹੈ ਉਹ ਫੈਸਲਾ ਲੈਣ ਕਿਉਂਕਿ ਉਹਨਾਂ ਨੇ ਇੱਕ ਪਾਸੇ ਉਹਨਾਂ ਨੇ ਕਿਹਾ ਵੀ ਸਾਰੀ ਰਾਜਨੀਤਿਕ ਪਾਰਟੀਆਂ ਦੂਰ ਰਹਿਣ ਉਹਨਾਂ ਦੀ ਇਸ ਗੱਲ ਦੀ ਲੋਕ ਕਦਰ ਕਰਦੇ ਵੀ ਆਹ ਇੱਕ ਹੁਣ ਪਬਲਿਕ ਮੂਵਮੈਂਟ ਬਣੀ ਹੈ ਪਰ ਉੱਥੇ ਹੀ ਉਹਨਾਂ ਜਥੇਬੰਦੀਆਂ ਦੀ ਇੱਕ ਰਿਸਪੌਂਸਿਬਿਲਿਟੀ ਐਡੀ ਭਾਰੀ ਬਣ ਗਈ ਵੀ ਹੁਣ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਾਰੇ ਮੁਲਕ ਦੇ ਕਿਸਾਨਾਂ ਦਾ ਕਿਸਾਨ ਜੋ ਕੁਝ ਹੋ ਰਿਹਾ ਉਹਨੂੰ ਮੱਦੇ ਨਜ਼ਰ ਰੱਖ ਕੇ ਜੋ ਫੈਸਲਾ ਲੈਣਗੇ ਪਰ ਸਰਕਾਰ ਨੂੰ ਕਿਵੇਂ ਭਰੋਸਾ ਕਰ ਲੈਣਗੇ ਜਥੇਬੰਦੀਆਂ ਜਿਹੜੀ ਸਰਕਾਰ ਸੁਪਰੀਮ ਕੋਰਟ ਨੂੰ ਝੂਠ ਬੋਲ ਰਹੀ ਹੈ ਉਹਨਾਂ ਨੂੰ ਕਿਉਂ ਨਹੀਂ ਝੂਠ ਬੋਲੂਗੀ ਦੱਸੋ ਕਿਵੇਂ ਲੋਕ ਭਰੋਸਾ ਕਰ ਲੈਣਗੇ ਕਿਹੜੇ ਮੂੰਹ ਨਾਲ ਜਥੇਬੰਦੀਆਂ ਵਾਪਸ ਜਾਣਗੀਆਂ ਲੋਕਾਂ ਕੋਲ ਵੀ ਤੁਸੀਂ ਆ ਫਿਰ 15 ਦਿਨ ਸੁਪਰੀਮ ਕੋਰਟ ਤਾਂ ਪਹਿਲਾਂ ਮੰਨੀ ਬੈਠੀ ਸੀ ਵੀ ਰੋਕ ਦਿੰਦੇ ਅੱਜ ਕੀ ਕਰਵਾ ਕੇ ਆਏ ਹੋ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਉਹਨਾਂ ਨੂੰ ਸਾਹਮਣੇ ਰੱਖ ਕੇ ਫੈਸਲਾ ਹੋਊਗਾ ਕਿਸਾਨ ਸਿਆਣਾ ਫੈਸਲਾ ਲੈਣਗੇ ਪਰ ਸ਼ਲਾਘਾਯੋਗ ਕਦਮ ਹੈ ਉਹਨਾਂ ਦਾ ਜਥੇਬੰਦੀਆਂ ਦਾ
ਬੜੇ ਸ਼ਾਂਤੀਪੂਰਵਕ ਢੰਗ ਨਾਲ। ਪਰੇਡ ਕੱਢਣੀ ਹੈ 26 ਤਰੀਕ ਨੂੰ, ਪਰ ਪੁਲਿਸ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਹੈ। 2 ਬੈਠਕਾਂ ਹੋ ਚੁੱਕੀਆਂ, ਅੱਜ ਵੀ ਪਰਮਿਸ਼ਨ ਨਹੀਂ ਦਿੱਤੀ, ਕੱਲ ਹੁਣ ਦੁਬਾਰਾ ਬੈਠਕ ਰੱਖੀ ਹੋਈ ਹੈ। ਉਹ ਕਹਿ ਰਹੇ ਨੇ ਸਿਕਿਉਰਿਟੀ ਥ੍ਰੈਟ ਹੋ ਸਕਦਾ ਉਸ ਦਿਨ, ਇਸ ਕਰਕੇ ਅਸੀਂ ਪਰਮਿਸ਼ਨ ਨਹੀਂ ਦੇ ਰਹੇ। ਸਿਕਿਉਰਿਟੀ ਥ੍ਰੈਟ ਵਾਲੀ ਗੱਲ ਖੋਖਲੀ ਲੱਗਦੀ ਹੈ, ਕਿਉਂਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੀ ਪੁਲਿਸ ਹੈ, ਇੱਥੇ ਇਹਨਾਂ ਦੀ ਤਾਂ ਹੈ ਨਹੀਂ, ਉੱਤੋਂ ਇਸ਼ਾਰੇ ਹੋਏ ਹੈ। ਅਗਰ ਸਿਕਿਉਰਿਟੀ ਦੇਸ਼ ਦੀ ਸੁਰੱਖਿਆ ਦਾ ਇਹਨਾਂ ਨੂੰ ਖਤਰਾ ਹੈ ਤੇ ਸੁਰੱਖਿਆ ਦਾ ਖਤਰਾ ਤਾਂ ਅਰਨਬ ਗੋਸਵਾਮੀ ਨੂੰ ਚੱਕ ਕੇ ਲੈ ਕੇ ਆਉਣ, ਉਹਨੂੰ ਕਿਉਂ ਨਹੀਂ ਫੜਦੇ? ਨਹੀਂ, ਉਹ ਦੇਖੋ ਕਿਸਾਨ ਦਾ ਬੇਟਾ ਜਵਾਨ ਜਿਹੜਾ ਬਾਰਡਰ ਤੇ ਬੈਠਾ ਹੈ ਚਾਈਨਾ ਦੇ, ਉੱਥੇ ਅਡਾਨੀ ਦਾ ਮੁੰਡਾ ਨਹੀਂ ਬੈਠਾ, ਉੱਥੇ ਨਾ ਅੰਬਾਨੀ ਦਾ ਬੇਟਾ ਬੈਠਾ, ਉੱਥੇ ਹੈ ਜਿਹੜੇ ਕਿਸਾਨ ਬੈਠੇ ਹੈ, ਇਹਨਾਂ ਦੇ ਬੇਟੇ ਬੈਠੇ ਹੈ, ਉਹਨਾਂ ਦੀ ਜਾਨ ਨੂੰ ਉਹਨੇ ਖਤਰੇ 'ਚ ਪਾਇਆ ਹੈ। ਪਰਿਵਾਰਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਤਾਂ ਸਰਕਾਰ ਮਾਰਨ ਨੂੰ ਤਿਆਰ ਫਿਰਦੀ ਹੈ, ਤੇ ਇਹਨਾਂ ਦੇ ਬੱਚਿਆਂ ਨੂੰ ਅਰਨਬ ਗੋਸਵਾਮੀ ਵਰਗੇ ਇਹਨਾਂ ਦੇ ਬੀਜੇਪੀ ਦੇ ਜਿਹੜੇ ਏਜੰਟ ਹੈ ਉਹ ਮਾਰਨ ਨੂੰ ਫਿਰਦੇ ਹੈ। ਬਲਤੇਜ ਪੰਨੂ ਤੁਹਾਡੇ ਜਰਨਲਿਸਟ ਸਾਥੀ ਹੈ, ਉਹਨਾਂ ਨੂੰ ਨੋਟਿਸ ਕੱਢਤਾ। ਅਰਨਬ ਗੋਸਵਾਮੀ ਅੱਜ ਤੇ ਉਸੇ ਤਰ੍ਹਾਂ ਹੀ ਦੰਦਨਾਨਾ ਫਿਰਦਾ ਹੈ। ਸਾਡੇ ਬਲਦੇਵ ਸਿੰਘ ਉਹ ਜਿਹੜੇ ਸਰਸਾ ਹੈ, ਉਹਨਾਂ ਨੂੰ ਨੋਟਿਸ ਕੱਢਦਾ। ਇਹ ਤੁਰੇ ਫਿਰਦੇ ਆ ਇੱਥੇ, ਕਿਉਂ ਨਹੀਂ ਚੱਕ ਕੇ ਲੈ ਕੇ ਆਉਂਦੇ ਉਹਨਾਂ ਨੂੰ? ਕਿਉਂ ਨਹੀਂ ਹੁਣ ਤਾਈਂ ਪੁੱਛਿਆ ਵੀ ਤੈਨੂੰ ਪਤਾ ਕਿਵੇਂ ਲੱਗਿਆ ਫੌਜ ਦੀ ਸੀਕ੍ਰੇਸੀ ਦਾ? ਕਿਉਂ ਨਹੀਂ ਪੁੱਛਦੇ ਉਹਨੂੰ? ਨਹੀਂ ਪੁੱਛਦੇ, ਕਿਉਂਕਿ ਇਹਨਾਂ ਦਾ ਏਜੰਟ ਹੈ। ਜਵਾਨ ਮਰਨਗੇ, ਇਹਨਾਂ ਦੇ ਬੇਟੇ ਮਰਨਗੇ, ਮਾਪੇ ਮਰੀ ਜਾਂਦੇ ਆ, ਉਹ ਉਹਨਾਂ ਦੇ ਜਵਾਨਾਂ ਦੇ ਪਿਤਾ, ਉਹਨਾਂ ਦੇ ਭਰਾ ਮਰੀ ਜਾਂਦੇ ਇੱਥੇ। ਕਿਸਾਨਾਂ ਨੂੰ ਮਾਰਨ ਤੇ ਤੁਲੀ ਹੈ। ਪੰਜਾਬ ਕੰਨੀ ਬਹੁਤ ਕੌੜੀ ਅੱਖ ਹੈ ਬੀਜੇਪੀ ਦੀ, ਬੜਾ ਮਿਨੋਰਟੀ ਕੰਨੀ ਜਿਹੜੇ ਘਿਰਨਾ ਦੀ ਭਾਵਨਾ ਨਾਲ ਦੇਖਦੇ ਆ, ਉਹਦਾ ਨਤੀਜਾ ਹੈ ਵੀ ਆ ਜੋ ਕੁਛ ਅੱਜ ਕਿਸਾਨ ਭੁਗਤ ਰਹੇ। ਬਿਲਕੁਲ, ਇਹ ਸੀ ਸੁਨੀਲ ਜਾਖੜ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਜਿੱਦ ਛੱਡੇ, ਕਾਨੂੰਨ ਵਾਪਸ ਲਏ, ਤੇ ਇਸ ਤੋਂ ਜ਼ਿਆਦਾ ਕੁਝ ਕਿਸਾਨ ਨਹੀਂ ਚਾਹੁੰਦੇ, ਆਪਣੀ ਜਿੱਦ ਛੱਡੇ। ਦਿੱਲੀ ਤੋਂ ਕਹਿ ਰਹੇ ਹਾਂ ਲਕਸ਼ ਨਾਲ, ਨਿਤਿਨ ਨਿਮਾਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।